ਗੁੱਡ ਈਵਨਿੰਗ ਜੀ। ਸਵਾਗਤ ਹੈ ਜੀ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ YouTube ਚੈਨਲ RHS ਸਟੱਡੀ ਦੇ ਵਿੱਚ। ਆਪਣੇ ਕਲਾਸਾਂ ਜਿਹੜੀ ਹਿਸਟਰੀ ਦੀਆਂ ਚੱਲ ਰਹੀਆਂ ਸੀ, ਪਿਛਲੇ ਜਿਹੜੀ ਇੱਕ ਹਫ਼ਤੇ ਤੋਂ ਲਗਾਤਾਰ ਜਿਹੜੀਆਂ ਆਪਣੀ ਕਲਾਸਾਂ ਨੇ ਉਹ ਨਹੀਂ ਲੱਗੀਆਂ। ਹੁਣ ਤੱਕ ਆਪਾਂ ਜਿਹੜੀ ਹਿਸਟਰੀ ਦੀ ਕਲਾਸਾਂ ਸੀ ਆਪਾਂ ਪੱਲਵ ਵੰਸ਼ ਤੱਕ ਆਪਾਂ ਨੇ ਕਰ ਚੁੱਕੇ ਸੀਗੇ। ਅੱਜ ਦਾ ਜਿਹੜਾ ਆਪਣਾ ਟੌਪਿਕ ਅੱਜ ਆਪਾਂ ਕਰਾਂਗੇ ਕੁਸ਼ਾਣ ਵੰਸ਼। ਇਸ ਤੋਂ ਅੱਗੇ ਜਿਹੜਾ ਟੌਪਿਕ ਸਟਾਰਟ ਹੁੰਦਾ ਨੈਕਸਟ। ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਜਿਹੜੇ ਬੱਚੇ ਵਿਜ਼ਿਟ ਕਰ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਜਿਹੜੇ ਪਿੱਛੇ ਕਲਾਸਾਂ ਬਣ ਚੁੱਕੀਆਂ ਨੇ ਉਹਨਾਂ ਨੂੰ ਤੁਸੀਂ ਲਿੰਕ ਨਾਲ ਜੁੜ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ, ਜਿਵੇਂ ਹੁਣ ਅੱਗੇ ਭਵਿੱਖ ਦੇ ਵਿੱਚ ਬੋਲ ਰਹੇ ਨੇ ਕਿ PS ਟੈਟ ਆਉਣ ਵਾਲਾ ਜਾਂ ਮਾਸਟਰ ਕੇਡਰ ਦੀ ਤੁਸੀਂ ਤਿਆਰੀ ਕਰ ਰਹੇ ਹੋ, ਕਿਸੇ ਵੀ ਐਗਜ਼ਾਮ ਦੇ ਵਿੱਚ ਹਿਸਟਰੀ ਹੈ ਜਿਹੜੀ ਆਟੋਮੈਟਿਕਲੀ ਆਉਂਦੀ ਹੀ ਆਉਂਦੀ ਹੈ ਨਾ। ਹਰ ਇੱਕ ਪੇਪਰ ਦੇ ਲਈ ਕੀ ਬੋਲਦੇ ਨੇ ਇਸ ਚੀਜ਼ ਨੂੰ ਕਿ ਜ਼ਰੂਰੀ ਹੁੰਦੀ ਹੈ। ਤਾਂ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਕੇ ਜਿਹੜੀ ਹਿਸਟਰੀ ਦੀ ਕਲਾਸਾਂ ਤੁਹਾਨੂੰ ਪ੍ਰੋਪਰ ਤਿਆਰੀ ਕਰਵਾਈ ਜਾਵੇਗੀ ਇੱਥੇ। ਸੋ ਆਓ ਸਟਾਰਟ ਕਰੀਏ ਆਪਣਾ ਅੱਜ ਦਾ ਟੌਪਿਕ। ਅੱਜ ਜਿਹੜਾ ਆਪਣਾ ਟੌਪਿਕ ਹੈ ਉਹ ਕੁਸ਼ਾਣ ਵੰਸ਼। ਅੱਜ ਆਪਾਂ ਸਿਰਫ ਕਨਿਸ਼ਕ ਬਾਰੇ ਪੜਾਂਗੇ। ਪੱਲਵਾਂ ਤੋਂ ਬਾਅਦ ਕਹਿੰਦੇ ਕੁਸ਼ਾਣ ਭਾਰਤ ਦੇ ਵਿੱਚ ਆਏ। ਇਹ ਯੂਚੀ ਕਬੀਲੇ ਦੀ ਇੱਕ ਸ਼ਾਖਾ ਸੀ। ਹੁਣ ਦੇਖੋ, ਯੂਚੀ ਕਬੀਲੇ ਦੀ ਇੱਕ ਸ਼ਾਖਾ ਸੀਗੀ। ਇਸ ਵੰਸ਼ ਦਾ ਜਿਹੜਾ ਸੰਸਥਾਪਕ ਸੀਗਾ ਉਹ ਕੁਜਲ ਕੈਡਫਿਸਿਸ ਸੀਗਾ। ਇਸ ਦਾ ਜਿਹੜਾ ਉੱਤਰਾਧਿਕਾਰੀ ਸੀਗਾ ਉਹ ਵਿਮ ਕੈਡਫਿਸਿਸ ਸੀ। ਠੀਕ ਹੈ ਜੀ, ਸੰਸਥਾਪਕ ਇਹ ਤੇ ਜਿਹੜਾ ਅੱਗੇ ਉੱਤਰਾਧਿਕਾਰੀ ਬਣ ਗਿਆ ਉਹ ਵਿਮ ਸੀਗਾ। ਵਿਮ ਕੈਡਫਿਸਿਸ ਕਹਿੰਦੇ ਭਾਰਤ ਦੇ ਬਹੁਤ ਸਾਰੇ ਖੇਤਰਾਂ ਨੂੰ ਕੁਸ਼ਾਣਾਂ ਦੇ ਅੰਤਰਗਤ ਲੈ ਕੇ ਆਇਆ। ਹੁਣ ਜਿਹੜਾ ਵਿਮ ਸੀਗਾ ਇਸਨੇ ਜਿਹੜੇ ਭਾਰਤ ਦੇ ਬਹੁਤ ਸਾਰੇ ਖੇਤਰ ਸੀ ਉਸਨੇ ਕੁਸ਼ਾਣਾਂ ਦੇ ਅੰਡਰ ਕਰ ਲਏ ਸੀ, ਭਾਵ ਜਿੱਤ ਕੇ। ਠੀਕ ਹੈ ਜੀ, ਉਸ ਤੋਂ ਇਲਾਵਾ ਇਹ ਸ਼ੈਵ ਸੀ। ਸ਼ੈਵ ਦਾ ਮਤਲਬ ਕੀ ਹੈ? ਹਿੰਦੂ ਧਰਮ ਨੂੰ ਦੇ ਵਿੱਚ ਇਹ ਸ਼ਰਧਾ ਰੱਖਦਾ ਸੀ ਤੇ ਹਿੰਦੂ ਧਰਮ ਦੇ ਵਿੱਚ ਵੀ ਇਹ ਕਿਸ ਨੂੰ ਮੰਨਦਾ ਸੀ? ਸ਼ਿਵ ਜੀ ਦੀ ਆਰਾਧਨਾ ਕਰਦਾ ਸੀਗਾ, ਸ਼ਿਵ ਦੀ। ਇਸਨੇ ਕਹਿੰਦੇ ਮਹੇਸ਼ਵਰ ਦੀ ਉਪਾਧੀ ਧਾਰਨ ਕੀਤੀ ਸੀ। ਕਿਸਨੇ? ਵਿਮ ਕੈਡਫਿਸਿਸ ਨੇ ਮਹੇਸ਼ਵਰ ਦੀ ਉਪਾਧੀ ਸੀ ਜਿਹੜੀ ਉਹ ਧਾਰਨ ਕੀਤੀ ਸੀ। ਜਿਹੜੇ ਇਹ ਛੋਟੇ ਛੋਟੇ ਪੁਆਇੰਟ ਨੇ ਨਾ, ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਨੋਟ ਕਰਿਆ ਕਰੋ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ PS ਟੈਟ ਦੇ ਜਿਹੜੇ ਪੇਪਰ ਆ ਨਾ, ਇੱਕ ਅਜਿਹਾ ਪੇਪਰ ਹੈ ਜਿਹੜੇ ਕੁਝ ਕੁ ਬੱਚੇ ਨੇ ਨਾ ਜਦੋਂ ਕਲੀਅਰ ਕਰ ਜਾਂਦੇ ਨੇ। ਹੁਣ ਦੇਖੋ, ਗੁੱਸਾ ਨਾ ਕਰਨਾ ਇਸ ਚੀਜ਼ ਦਾ। ਜਿਹੜੇ ਕੁਝ ਕੁ ਬੱਚੇ ਨੇ ਜਿਹੜੇ ਇਸ ਪੇਪਰ ਨੂੰ ਕਲੀਅਰ ਕਰ ਜਾਂਦੇ ਨੇ ਉਹ ਦੂਸਰਿਆਂ ਤੱਕ ਜਿਹੜੀ ਨੌਲੇਜ ਆ ਉਹ ਨਹੀਂ ਦਿੰਦੇ ਹੈਗੇ। ਉਹਨਾਂ ਨੂੰ ਇਹ ਲੱਗਦਾ ਕਿ ਈਜ਼ੀ ਪੇਪਰ ਆ, ਇੰਨਾ ਕੋਈ ਜ਼ਿਆਦਾ ਟਫ ਵੀ ਨਹੀਂ ਹੈਗਾ। ਪਰ ਕਦੇ ਵੀ ਕਿਸੇ ਪੇਪਰ ਨੂੰ ਇਹ ਨਹੀਂ ਮੰਨ ਕੇ ਚੱਲਣਾ ਚਾਹੀਦਾ ਕਿ ਈਜ਼ੀ ਹੈ, ਜੇਕਰ ਅਸੀਂ ਨਾ ਪੜ੍ਹੀਏ ਤਾਂ ਉਹ ਕਲੀਅਰ ਹੋ ਜਾਊਗਾ। PS ਟੈਟ ਦਾ ਪੇਪਰ ਇੱਕ ਅਜਿਹਾ ਪੇਪਰ ਹੈ ਜਿਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਸਿਲੇਬਸ ਕਿੱਥੋਂ ਆਉਣਾ ਹੈ। ਖਾਸ ਕਰ ਪੰਜਾਬ ਵਾਲਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਿਲੇਬਸ ਕਿੱਥੋਂ ਤੱਕ ਲਿਮਿਟ ਹੁੰਦੀ ਹੈਗਾ। ਜਿਵੇਂ ਆਪਾਂ ਗੱਲ ਕਰੀਏ ਸੀ ਟੈਟ ਦੀ, ਸੀ ਟੈਟ ਦਾ ਜਿਹੜਾ ਸਿਲੇਬਸ ਹੁੰਦਾ ਉਹ ਇੱਕ ਲਿਮਿਟ ਦੇ ਵਿੱਚ ਹੁੰਦਾ ਗਾ, ਪਰ ਜਿਹੜੇ PS ਟੈਟ ਵਾਲੇ ਲਿਮਿਟ ਹੀ ਕ੍ਰਾਸ ਕਰ ਜਾਂਦੇ ਨੇ। ਇਹ ਥੋੜੀ ਨਾ ਉਹ ਚੀਜ਼ਾਂ ਜ਼ਿਆਦਾ ਚੱਕਦੇ ਜਿਹੜੀ ਫਜ਼ੂਲ ਦੀਆਂ ਹੁੰਦੀਆਂ ਨੇ। ਹੁਣ ਦੇਖੋ, ਜਿਵੇਂ ਇਹਦਾ ਉੱਤਰਾਧਿਕਾਰੀ ਕਿਹੜਾ ਹੋ ਗਿਆ, ਸੰਸਥਾਪਕ ਕਿਹੜਾ ਸੀ, ਜਿਨ੍ਹਾਂ ਦੇ ਨਾਮ ਆਪਾਂ ਕਦੇ ਸੁਣੇ ਵੀ ਨਹੀਂ ਹੁੰਦੇ, ਉਹ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ। ਠੀਕ ਹੈ ਜੀ, ਅੱਗੇ ਦੇਖੋ। ਕੁਸ਼ਾਣ ਵੰਸ਼ ਦਾ ਕਹਿੰਦੇ ਸਭ ਤੋਂ ਜਿਹੜਾ ਸ਼ਕਤੀਸ਼ਾਲੀ ਸ਼ਾਸਕ ਸੀਗਾ ਉਹ ਕਿਹੜਾ ਸੀਗਾ? ਕਨਿਸ਼ਕ ਸੀਗਾ। ਮੋਸਟ ਇੰਪੋਰਟੈਂਟ ਪੁਆਇੰਟ ਹੈ ਇਹ। ਕੁਸ਼ਾਣ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕਿਹੜਾ ਸੀਗਾ? ਕਨਿਸ਼ਕ ਸੀਗਾ। ਕਨਿਸ਼ਕ ਨੇ ਕਹਿੰਦੇ ਆਪਣੀ ਰਾਜਧਾਨੀ ਸੀ ਜਿਹੜੀ ਉਹ ਪੁਰਸ਼ਪੁਰ ਨੂੰ ਬਣਾਇਆ ਸੀ। ਪੁਰਸ਼ਪੁਰ ਵੀ ਆ ਜਾਂਦਾ ਗਾ, ਪਰਸ਼ਪੁਰ ਵੀ ਆ ਜਾਂਦਾ। ਠੀਕ ਹੈ ਜੀ, ਉਸ ਤੋਂ ਅੱਗੇ ਦੇਖੋ। 78 ਈਸਾ ਪੂਰਵ ਦੇ ਵਿੱਚ ਕਹਿੰਦੇ ਕਨਿਸ਼ਕ ਨੇ ਸ਼ਕ ਸਾਵੰਤ ਦੀ ਜਿਹੜੀ ਸਥਾਪਨਾ ਉਹ ਕੀਤੀ ਸੀ। 78 ਈਸਾ ਪੂਰਵ ਦੇ ਵਿੱਚ ਕਨਿਸ਼ਕ ਨੇ ਸ਼ਕ ਸਾਵੰਤ ਦੀ ਜਿਹੜੀ ਸਥਾਪਨਾ ਕੀਤੀ ਸੀ। ਇਹ ਉਹੀ ਸ਼ਕ ਸਾਵੰਤ ਹੈ ਜਿਸ ਨੂੰ ਜਿਹੜੀ ਭਾਰਤੀ ਸਰਕਾਰ ਹੈ ਅੱਜ ਤੱਕ ਯੂਜ਼ ਕਰ ਰਹੀ ਹੈਗੀ। ਇਹ ਚੀਜ਼ ਨੋਟ ਕਰਨ ਵਾਲੀ ਹੈ। ਜਿਵੇਂ ਗੁਪਤਾ ਨੇ ਵੀ ਇੱਕ ਜਿਹੜਾ ਸਾਵੰਤ ਸੀ ਉਹ ਚਲਾਇਆ ਸੀਗਾ, ਪਰ ਜਿਹੜਾ ਜ਼ਿਆਦਾ ਵਰਤੋਂ ਦੇ ਵਿੱਚ ਆਉਂਦਾ ਉਹ ਇਹਦਾ ਆਉਂਦਾ, ਕਨਿਸ਼ਕ ਦਾ। ਕਨਿਸ਼ਕ ਨੇ ਕਹਿੰਦੇ ਦੂਸਰੀ ਰਾਜਧਾਨੀ ਮਥੁਰਾ ਨੂੰ ਬਣਾਇਆ ਸੀਗਾ। ਹੁਣ ਪਹਿਲੀ ਕਿਹੜੀ ਸੀ? ਪੁਰਸ਼ਪੁਰ ਜਾਂ ਪਰਸ਼ਪੁਰ, ਤੇ ਸੈਕਿੰਡ ਕਿਹੜੀ ਬਣਾਈ ਸੀਗੀ? ਮਥੁਰਾ। ਕਨਿਸ਼ਕ ਨੇ ਕਹਿੰਦੇ ਕਸ਼ਮੀਰ ਨੂੰ ਜਿੱਤ ਕੇ ਉੱਥੇ ਕਨਿਸ਼ਕਪੁਰ ਜਿਹੜਾ ਨਗਰ ਸੀ ਉਹ ਬਣਾਇਆ ਸੀਗਾ। ਹੁਣ ਦੇਖੋ, ਮੈਂ ਤੁਹਾਨੂੰ ਅਕਸਰ ਇਹ ਜਿਹੜੇ ਪੁਆਇੰਟ ਆ ਮੈਂ ਤੁਹਾਨੂੰ ਬੋਲਦੀ ਹੁੰਦੀ ਆ। ਹੁਣ ਦੇਖੋ, ਜਿਵੇਂ ਇੱਥੇ ਕਸ਼ਮੀਰ ਦਾ ਨਾਮ ਆ ਗਿਆ, ਤੁਸੀਂ ਇਸੇ ਤਰ੍ਹਾਂ ਇੱਕ ਚੀਜ਼ ਹੋਰ ਅੱਗੇ ਜੋੜ ਕੇ ਚਲੋ। ਜਿਵੇਂ ਆਪਾਂ ਚਾਰ ਜਿਹੜੀਆਂ ਬੌਧ ਸੰਗਤੀਆਂ ਪੜ੍ਹੀਆਂ ਹੋਈਆਂ ਨੇ ਨਾ ਕਿ ਕਿੱਥੇ ਕਿੱਥੇ ਹੋਈਆਂ ਸੀਗੀਆਂ। ਜਿਹੜੀ ਚੌਥੀ ਬੌਧ ਸੰਗਤੀ ਹੋਈ ਸੀ ਉਹ ਕਨਿਸ਼ਕ ਦੇ ਟਾਈਮ ਹੀ ਹੋਈ ਸੀ, ਤੇ ਹੋਈ ਕਿੱਥੇ ਸੀਗੀ? ਕੁੰਡਲਵਨ, ਕਸ਼ਮੀਰ ਦੇ ਵਿੱਚ। ਤੁਹਾਨੂੰ ਕਸ਼ਮੀਰ ਦੇ ਨਾਮ ਤੋਂ ਹੀ ਯਾਦ ਆ ਜਾਣਾ ਚਾਹੀਦਾ ਹੈਗਾ। ਕਨਿਸ਼ਕ ਨੇ ਕਹਿੰਦੇ ਬੁੱਧ ਧਰਮ, ਸੰਸਕ੍ਰਿਤ ਭਾਸ਼ਾ ਅਤੇ ਕਲਾ ਨੂੰ ਬੜਾਵਾ ਦਿੱਤਾ। ਕਨਿਸ਼ਕ ਨੇ ਬੁੱਧ ਧਰਮ ਨੂੰ, ਸੰਸਕ੍ਰਿਤ ਭਾਸ਼ਾ ਨੂੰ ਅਤੇ ਕਲਾ ਨੂੰ ਕੀ ਦਿੱਤਾ ਸੀਗਾ?
बढ़ावा दिता सी, भाव अगे वधाया सीगा, लोकां दे विच प्रचलित कीता सीगा। कनिष्क दे दरबार दे विच हुण जिहड़े विद्वान सी देखो किहड़े-किहड़े सीगे। नागार्जुन, चरक सीगा, अश्वघोष सीगा, वसुमित्र सीगा। 4 विद्वान सी जिहड़े सब तो मोस्ट इंपोर्टेंट मन्ने जांदे ने कनिष्क दे दरबार दे विच। ते जिहड़ा चरक सीगा ओह की सीगा, डॉक्टर बोलदे ने इस चीज़ नूं आपां, चिकित्सक सीगा। कनिष्क दे जिहड़े राज काल दे दौरान कहंदे चौथी बौद्ध संगति हुई सी, जिहड़ी कित्थे हुई सी, कुंडलवन कश्मीर दे विच हुई सी। ते इहदी अध्यक्षता किहने कीती सी, वसुमित्र ने कीती सीगी। नोट रखना इस चीज़ नूं। ये 4 जिहड़ियां बौद्ध संगतियां हुईयां सी, चारां दे विचों कोई भी चक के एक पेपर दे विच पक्का आऊगी। चौथी किहड़ी किस दे समय हुई सी, कनिष्क दे राजकाल दे दौरान हुई सी, ते होई कित्थे सी, कुंडलवन कश्मीर दे विच। ते इस जिहड़ी संगति दी जिहड़ी अध्यक्षता सी ओह किसने कीती सी, वसुमित्र ने कीती सी। ते नाल किहदा नाम जोड़िया जांदा गा, अश्वघोष दा भी जोड़िया जांदा गा। कनिष्क ने कहंदे महाराज, देवपुत्र, राजा धिराज दी जिहड़ी उपाधि सी ओह धारण कीती सी। 3 उपाधियां धारण कीतियां सी कनिष्क ने। पहली किहड़ी सी, महाराज, सैकंड देवपुत्र, तीसरी किहड़ी सी, राजा धिराज। ये 3 जिहड़ियां उपाधियां सी कनिष्क दे द्वारा धारण कीतियां गईयां सी। उस तो इलावा अगे देखो, कनिष्क दे कहंदे वंश दा जिहड़ा अंतिम राजा सीगा, लास्ट राजा सी, ओह किहड़ा सीगा, वासुदेव सीगा। कहंदे इस दे चलाए सिक्कियां दे उपर शिव दी जिहड़ी आकृति जां मूर्ति छापी मिलदी है। जिवें तुहानूं पहिलां भी दस्सिआ कि जिहड़ी कनिष्क जां कुषाण वंश होया, ये भी किस धर्म नूं मनदे सीगे, हिंदू धर्म नूं मनदे सीगे। ये नहीं सीगा कि इन्हां ने होर धर्मां दा जिहड़ा विरोध कीता सीगा, नहीं सॉरी, इन्हां ने बुद्ध धर्म नूं बढ़ावा दिता सीगा, पर ये जिहड़ी आस्था रखदे सी ओह किस चीज़ दे विच रखदे सीगे, हिंदू धर्म दे विच रखदे सी। लास्ट राजा किहड़ा होया, वासुदेव। ते जिहड़े इहदे सिक्के चलाए गए सी, इन्हां दे उपर शिव दी आकृति सी। हुण ये नहीं इत्थे दित्ता होया कि शिव जिहड़े सिक्के सीगे ओह सोने दे सी या चांदी दे सीगे, ठीक है जी। नैक्सट देखो, हुण देखो कनिष्क दे शासन काल दे दौरान जिहड़े कुछ रोचक तत्थ, इस समय दौरान कहंदे भारत तो रोमन साम्राज नूं निर्यात कीती जाण वाली जिहड़ी वस्तुआं सीगीआं। हुण कनिष्क दे जिहड़े शासन काल दे समय रोम देश नूं कई चीज़ां जिहड़े निर्यात कीतियां जांदियां सी, भाव बेचियां जांदियां सीगीआं। किहड़ियां सी भारत दे द्वारा, फस्ट सी काली मिर्च, सैकंड रेशम, तीसरा मलमल, चौथा सूती कपड़े, ते पंजवां की सीगा, रतन आदि। ते इहदे बदले दे विच भारत नूं की मिलदा सीगा, इस दे बदले कहंदे भारत नूं रोम तो सोना मिलदा सीगा। एक तुसीं सुणिया होवेगा, एक विद्वान होया पिलनी, ਉਹਨੇ ਜਿਹੜਾ ਰੋਮ ਦੇਸ਼ ਦਾ ਜਦੋਂ ਸੋਨਾ ਇੰਡੀਆ ਦੇ ਵਿੱਚ ਆਉਂਦਾ ਸੀ ਤਾਂ ਇਹ ਦੁੱਖ ਪ੍ਰਗਟਾਇਆ ਸੀਗਾ ਕਿ ਜਿਹੜਾ ਰੋਮ ਹੈ ਦਿਨੋਂ ਦਿਨ ਕੀ ਹੁੰਦਾ ਜਾ ਰਿਹਾ ਹੈਗਾ, ਕੰਗਾਲ ਹੁੰਦਾ ਜਾ ਰਿਹਾ ਹੈਗਾ। ਇਸ ਕਾਲ ਦੇ ਦੌਰਾਨ ਕਹਿੰਦੇ ਪੱਕੀ ਇੱਟਾਂ ਦਾ ਜਿਹੜਾ ਪ੍ਰਯੋਗ ਸੀਗਾ ਉਹ ਆਰੰਭ ਹੋ ਗਿਆ ਸੀਗਾ। ਹੁਣ ਕਨਿਸ਼ਕ ਦੇ ਸਮੇਂ ਕੀ ਹੋ ਗਏ ਸੀ, ਪੱਕੀ ਇੱਟਾਂ ਦਾ ਜਿਹੜਾ ਪ੍ਰਯੋਗ ਸੀਗਾ ਘਰਾਂ ਦੇ ਵਿੱਚ ਜਾਂ ਮਹਿਲਾਂ ਦੇ ਵਿੱਚ ਬਣਾਉਣ ਵਾਸਤੇ ਸਟਾਰਟ ਹੋ ਗਿਆ ਸੀਗਾ। ਕੁਸ਼ਾਣ ਕਾਲ ਦੇ ਵਿੱਚ ਕਹਿੰਦੇ ਗੰਧਾਰ ਕਲਾ, ਮਥੁਰਾ ਕਲਾ ਦੇ ਜਿਹੜੇ ਚਿੰਨ੍ਹ ਨੇ ਉਹ ਪ੍ਰਤੱਖ ਹੁੰਦੇ ਨੇਗੇ ਮੂਰਤੀਆਂ ਬਣਾਉਣ ਦੇ ਵਿੱਚ। ਜਿਵੇਂ ਆਪਾਂ ਪੜ੍ਹਿਆ ਸੀ ਨਾ ਬੁੱਧ ਧਰਮ ਦੇ ਵੇਲੇ ਕਿਹੜੀਆਂ ਜਿਹੜੀਆਂ ਕਲਾਵਾਂ ਸੀਗੀਆਂ ਉਹ ਪ੍ਰਚਲਿਤ ਹੋਈਆਂ ਸੀ ਮੂਰਤੀਆਂ ਬਣਾਉਣ ਵਾਸਤੇ। ਹੁਣ ਕੁਸ਼ਾਣ ਕਾਲ ਦੇ ਵਿੱਚ ਕਿਹੜੀਆਂ ਆਈਆਂ ਸੀ, ਗੰਧਾਰ ਕਲਾ ਤੇ ਮਥੁਰਾ ਕਲਾ। ਹੁਣ ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਤੁਸੀਂ ਨਾ ਇੱਕ ਜਿਹੜੀ 6ਵੀਂ ਦੀ ਬੁੱਕ ਹੈ ਪੰਜਾਬ ਬੋਰਡ ਵਾਲੀ, ਉਸ ਨੂੰ ਚੱਕ ਕੇ ਦੇਖੋਗੇ ਨਾ, ਜਿਹੜੇ ਤੁਸੀਂ ਟੌਪਿਕ ਖੋਲੋਗੇ ਕੁਸ਼ਾਣ ਵੰਸ਼ ਵਾਲਾ, ਉਸ ਦੇ ਵਿੱਚ ਤੁਹਾਨੂੰ ਇੱਕ ਜਿਹੜੀ ਆਪਾਂ ਬੋਲਦੇ ਤਸਵੀਰ ਮਿਲੇਗੀ ਉਸ ਲੈਸਨ ਦੇ ਵਿੱਚ, ਜਿਸ ਦੇ ਵਿੱਚ ਕਨਿਸ਼ਕ ਦੀ ਨਾ ਸਿਰ ਰਹਿਤ ਮੂਰਤੀ ਮਿਲੇਗੀ। ਸਿਰ ਰਹਿਤ ਇੱਕ ਮੂਰਤੀ ਹੈ ਜਿਹੜੀ ਕਿਤੇ ਖੜਾਈ ਹੋਈ ਹੈ, ਭਾਵ ਵਸਤਰ ਪਹਿਨਾਏ ਹੋਏ ਨੇ, ਪਰ ਉਸ ਵਿੱਚ ਜਿਹੜੇ ਮੂਰਤੀ ਦਾ ਸਿਰ ਨਹੀਂ ਹੈਗਾ। ਹੁਣ ਦੇਖੋ ਜਿਹੜੀ ਇਹ ਮੂਰਤੀ ਹੈ ਇਹ ਮਥੁਰਾ ਕਲਾ ਦੇ ਵਿੱਚ ਬਣਾਈ ਹੋਈ ਹੈ। ਮਥੁਰਾ ਕਲਾ ਦੇ ਵਿੱਚ ਕਹਿੰਦੇ ਕਨਿਸ਼ਕ ਦੀ ਸਿਰ ਰਹਿਤ ਮੂਰਤੀ ਕੀ ਹੋਈ ਹੈ, ਪ੍ਰਾਪਤ ਹੋਈ ਹੈ। 6ਵੀਂ ਦੀ ਬੁੱਕ ਦੇ ਵਿੱਚ ਹੈ ਪੰਜਾਬ ਬੋਰਡ ਦੀ ਦੇ ਵਿੱਚ, ਦੇਖ ਸਕਦੇ ਹੋ ਤੁਸੀਂ। ਪ੍ਰਸਿੱਧ ਪੁਸਤਕ ਕਹਿੰਦੇ ਕਾਮ ਸੂਤਰ ਦੀ ਜਿਹੜੀ ਰਚਨਾ ਸੀਗੀ ਵਰਤਮਾਨ ਵਾਤਮਾਏ ਦੁਆਰਾ ਇਸ ਦੇ ਸਮੇਂ ਕੀਤੀ ਗਈ ਸੀਗੀ। ਕਨਿਸ਼ਕ ਦੇ ਸਮੇਂ ਜਿਹੜੇ ਬੁੱਧ ਅਤੇ ਬੋਧੀਆਂ ਦੀਆਂ ਜਿਹੜੀਆਂ ਮੂਰਤੀਆਂ ਸੀਗੀਆਂ ਉਹਨਾਂ ਨੂੰ ਕੀ ਕੀਤਾ ਜਾਣ ਲੱਗਿਆ ਸੀਗਾ, ਪੂਜਿਆ ਜਾਣ ਲੱਗਿਆ ਸੀਗਾ। ਕਨਿਸ਼ਕ ਦੇ ਰਾਜਕਾਲ ਦੇ ਦੌਰਾਨ ਕਹਿੰਦੇ ਬੁੱਧ ਅਤੇ ਬੋਧੀਆਂ ਦੇ ਦੁਆਰਾ ਜਿਹੜੀ ਮੂਰਤੀਆਂ ਨੂੰ ਪੂਜਿਆ ਜਾਣ ਲੱਗਾ ਸੀਗਾ। ਤੇ ਜਿਹੜੀ ਇਹ ਪੂਜਾ ਕਰਨ ਦੀ ਵਿਧੀ ਸੀ ਕਿਹਨਾਂ ਦੁਆਰਾ ਸਟਾਰਟ ਕੀਤੀ ਗਈ ਸੀ, ਮਹਾਜਨ ਦੇ ਜਿਹੜੇ ਸੰਪਰਦਾਇ ਸੀਗੇ ਉਹਨਾਂ ਦੁਆਰਾ ਇਹ ਵਿਚਾਰਧਾਰਾ ਸੀ ਜਿਹੜੀ ਉਤਪੰਨ ਹੋਈ ਸੀ।
ਉਸ ਤੋਂ ਇਲਾਵਾ ਅੱਗੇ ਦੇਖੋ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਨਿਸ਼ਕ ਦੇ ਰਾਜਕਾਲ ਦੇ ਦੌਰਾਨ ਕੀ ਹੋਏ ਸੀ, 4 ਵਿਦਵਾਨ ਹੋਏ ਨੇ, ਹਨਾ, ਜਿਹੜੇ ਮੇਨ ਆਪਾਂ ਉਹਨਾਂ ਬਾਰੇ ਪੜ੍ਹ ਲੈਂਦੇ ਹਾਂ ਕਿ ਉਹਨਾਂ ਦਾ ਕੀ ਰੋਲ ਸੀਗਾ। ਸਭ ਤੋਂ ਪਹਿਲਾਂ ਦੇਖੋ ਅਸ਼ਵ ਘੋਸ਼, ਇਹ ਇੱਕ ਕਹਿੰਦੇ ਉੱਚ ਕੋਟੀ ਦਾ ਸਾਹਿਤਕਾਰ ਸੀਗਾ। ਅਸ਼ਵ ਘੋਸ਼ ਇਹ ਬੁੱਧ ਦਾ ਸੀ, ਬੁੱਧ ਦਾ ਦਾਰਸ਼ਨਿਕ ਸੀਗਾ। ਇਸਨੇ ਬੁੱਧ ਚਰਿਤ, ਸ਼ੁਤਾ ਅਲੰਕਾਰ ਤੇ ਸੌਦਰਾਨੰਦ ਵਰਗੀਆਂ ਜਿਹੜੀ ਪੁਸਤਕਾਂ ਦੀ ਉਹ ਰਚਨਾ ਕੀਤੀ ਸੀ। ਹੁਣ ਦੇਖੋ ਜਿਹੜੀਆਂ ਬੁੱਕਸ ਦੇ ਆਪਾਂ ਕਦੇ ਨਾਮ ਹੀ ਨਹੀਂ ਸੁਣੇ ਨਾ, ਚੱਕ ਕੇ ਕਈ ਵਾਰ ਪੇਪਰ ਦੇ ਵਿੱਚ ਇਹ ਪਾਈਆਂ ਹੁੰਦੀਆਂ ਨੇ ਕਿ ਇਹਨਾਂ ਦੇ ਜਿਹੜੇ ਰਚਨਕਾਰ ਜਾਂ ਇਹਨਾਂ ਦਾ ਜੇ ਰਾਈਟਰ ਦੱਸੋ ਕਿਹੜਾ ਗਾ, ਤੇ ਉਤੋਂ ਇਹ ਵੀ ਹੁੰਦਾ ਜਾਂ ਕਈ ਵਾਰ ਬੁੱਕਸਾਂ ਦੇ ਨਾਮ ਲਿਖ ਕੇ ਇਹ ਪੁੱਛਿਆ ਜਾਂਦਾ ਕਿ ਕਿਸ ਦੇ ਸਮੇਂ ਦੌਰਾਨ ਇਹ ਲਿਖੀਆਂ ਗਈਆਂ। ਨਾਗਾਰਜੁਨ ਸੈਕਿੰਡ ਨੰਬਰ ਤੇ ਦੇਖੋ, ਦਾਰਸ਼ਨਿਕ ਅਤੇ ਵਿਗਿਆਨਿਕ ਸੀਗਾ। ਇਸ ਨੂੰ ਭਾਰਤੀ ਆਇਨਸਟਾਈਨ ਵੀ ਕਿਹਾ ਜਾਂਦਾ ਹੈਗਾ। ਇਸ ਨੇ ਦਸ਼ਮਲਵ ਦਾ ਵਿਚਾਰ ਦਿੱਤਾ ਸੀਗਾ। ਦਾਰਸ਼ਨਿਕ ਸੀਗਾ, ਵਿਗਿਆਨਿਕ ਸੀਗਾ, ਇਸ ਨੂੰ ਭਾਰਤੀ ਆਇਨਸਟਾਈਨ ਵੀ ਕਿਹਾ ਜਾਂਦਾ ਹੈਗਾ, ਤੇ ਇਹਨੇ ਦਸ਼ਮਲਵ ਦੀ ਖੋਜ ਕੀਤੀ ਸੀਗੀ। ਹੁਣ ਇਹ ਗੁਪਤਾਂ ਦੇ ਸਮੇਂ ਵੀ ਸੀਗਾ, ਯਾਦ ਰੱਖਣ ਵਾਲੀ ਚੀਜ਼ ਇਹ। ਤੀਸਰਾ ਨੰਬਰ ਦੇਖੋ ਵਸੂਮਿੱਤਰ, ਕਹਿੰਦੇ ਇਸਨੇ ਚੌਥੀ ਬੋਧ ਸੰਗਤੀ ਦੀ ਕੀ ਕੀਤੀ ਸੀ, ਅਧਿਅਕਸ਼ਤਾ ਕੀਤੀ ਸੀ। ਇਸ ਦਾ ਜਿਹੜਾ ਪ੍ਰਸਿੱਧ ਗ੍ਰੰਥ ਸੀਗਾ, ਇਸ ਦਾ ਪ੍ਰਸਿੱਧ ਇੱਕ ਗ੍ਰੰਥ ਵੀ ਹੋਇਆ ਹੈਗਾ। ਇਹ ਬੁੱਧ ਜਾਤਕਾਂ ਦਾ ਕੀ ਹੈ, ਟੀਕਾ ਮੰਨਿਆ ਜਾਂਦਾ ਜਿਹੜਾ ਇਹ ਗ੍ਰੰਥ ਹੈ। ਇਸ ਨੂੰ ਬੁੱਧ ਧਰਮ ਦਾ ਵਿਸ਼ਵ ਕੋਸ਼ ਵੀ ਬੋਲਦੇ ਨੇ, ਠੀਕ ਹੈ ਜੀ। ਉਸ ਤੋਂ ਇਲਾਵਾ ਅੱਗੇ ਦੇਖੋ ਚਰਕ, ਇਹ ਡਾਕਟਰ ਮੰਨਿਆ ਜਾਂਦਾ ਜਿਸ ਨੂੰ ਪਹਿਲਾਂ ਕੀ ਬੋਲਦੇ ਸੀਗੇ, ਚਿਕਿਤਸਕ ਬੋਲਦੇ ਸੀਗੇ। ਇਸ ਨੇ ਕਹਿੰਦੇ ਚਿਕਿਤਸਕ ਸ਼ਾਸਤਰ ਦੀ ਰਚਨਾ ਕੀਤੀ ਸੀਗੀ। ਇਸ ਗ੍ਰੰਥ ਦੇ ਵਿੱਚ ਰੋਗ ਨਿਵਾਰਕ ਦਵਾਈਆਂ ਦਾ ਕੀ ਮਿਲਦਾ ਹੈਗਾ, ਵਰਣਨ ਕੀਤਾ ਹੋਇਆ ਮਿਲਦਾ ਹੈਗਾ, ਠੀਕ ਹੈ ਜੀ। ਸੋ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਇੱਥੋਂ ਤੱਕ। ਕਿਸੇ ਆਪਣਾ ਟੌਪਿਕ ਕੱਲ੍ਹ ਨੂੰ ਮਿਲਦੇ ਆਪਾਂ ਕਿ ਨਵੇਂ ਟੌਪਿਕ ਦੇ ਨਾਲ। ਕਈ ਦਿਨ ਹੋ ਗਏ ਜਿਹੜੀ ਕਲਾਸਾਂ ਨਹੀਂ ਲੱਗੀਆਂ ਸੀਗੀਆਂ। ਸੋ ਜਿਹੜੀ ਮੇਰੀ ਗ੍ਰੈਂਡ ਮਦਰ ਸੀਗੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ, ਸਾਡੇ ਘਰ ਦੇ ਵਿੱਚ ਹੀ ਸੀਗੇ, ਜਿਸ ਦੇ ਕਾਰਨ ਜਿਹੜੀ ਹਫ਼ਤਾ ਘੱਟੋ ਘੱਟ 10 ਦਿਨ ਹੋ ਗਏ ਕੋਈ ਵੀ ਜਿਹੜਾ ਕੰਮ ਨਹੀਂ ਹੋਇਆ, ਲਗਾਤਾਰ ਰੁਕੇ ਪਏ ਸੀ। ਉਸ ਦੇ ਲਈ ਅਸੀਂ ਤੁਹਾਡੇ ਤੋਂ ਸੌਰੀ ਮੰਗਦੇ, ਕਿਉਂਕਿ ਜਿਹੜਾ ਜੰਮਣ ਮਰਨਾ ਹੈ ਨਾ, ਜਿਹੜੀ ਜਨਮ ਹੈ ਜਾਂ ਡੈਥ ਹੈ ਉਹਦਾ ਸਿਰਫ ਪਰਮਾਤਮਾ ਦੇ ਹੱਥ ਵਿੱਚ, ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ। ਸੋ ਜਿਹੜੀਆਂ ਹੁਣ ਕਲਾਸਾਂ ਹੋਣਗੀਆਂ ਆਪਣੇ ਲਗਾਤਾਰ ਸਟਾਰਟ ਰਹਿਣਗੀਆਂ। ਸੋ ਉਮੀਦ ਰਹੇਗੀ ਖਾਸ ਕਰਕੇ ਜਿਹੜੇ ਬੱਚੇ UGC ਨੈਟ ਦੀ ਤਿਆਰੀ ਕਰ ਰਹੇ ਨੇ, ਹੈ ਨਾ, ਸੋ ਜਿਹੜੇ ਬੱਚੇ UGC ਨੈਟ ਦੀ ਤਿਆਰੀ ਕਰ ਰਹੇ ਨੇ, ਕੋਸ਼ਿਸ਼ ਕਰਾਂਗੇ ਕਿ ਡੇਲੀ ਇੱਕ ਕਲਾਸ ਪੰਜਾਬੀ ਜਿਹੜੀ ਉਹਨਾਂ ਵਾਸਤੇ ਵੀ ਬਣਾਈ ਜਾਵੇ। ਸੋ ਮਿਲਦੇ ਕੱਲ੍ਹ ਨੂੰ। ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਸੋ ਥੈਂਕ ਯੂ।